Sometimes they would help the two parties exchanging vegetables by holding the shikara while the others too do their barter business. ਕਈ ਵਾਰ ਕਹਿੰਦੇ ਕੀ ਹੁੰਦਾ ਸੀ, ਦੋ ਪਾਰਟੀਜ਼ ਸੀ ਜਿਹੜੀਆਂ ਉਹ ਵੈਜੀਟੇਬਲਸ ਐਕਸਚੇਂਜ ਕਰਦੀਆਂ ਸੀ ਬਾय ਹੋਲਡਿੰਗ ਦਾ ਸ਼ਿਕਾਰਾਸ, ਯਾਨੀ ਕਿ ਇੱਕ ਦੂਜੇ ਦੀ ਸ਼ਿਕਾਰਾਸ ਵੁਡਨ ਬੋਟ ਸੀ ਜੋ ਉਹਨੂੰ ਪਕੜ ਕੇ ਦੋ ਪਾਰਟੀ ਸੀਗੀਆਂ ਵੈਜੀਟੇਬਲਸ ਨੂੰ ਐਕਸਚੇਂਜ ਕਰਦੀਆਂ ਸੀ। ਪਰ ਕਈ ਸੀਗੇ ਕਿ ਪੂਰੀ ਦੀ ਪੂਰੀ ਜੋ ਉਹਨਾਂ ਦੀ ਸ਼ਿਕਾਰਾ ਸੀ ਉਹਨੂੰ ਐਕਸਚੇਂਜ ਕਰਦੇ ਸੀ, ਯਾਨੀ ਹੋਰ ਦੋ ਵਾਲੀਆਂ ਪਾਰਟੀ ਸੀ ਜਿਹੜੀਆਂ ਉਹ ਉਹਨਾਂ ਦਾ ਬਿਜ਼ਨਸ ਕੀ ਸੀ, ਬਾਰਟਰ ਬਿਜ਼ਨਸ ਕਰਦੇ ਸੀ ਉਹ, ਯਾਨੀ ਪੂਰੀ ਦੀ ਪੂਰੀ ਸ਼ਿਕਾਰਾ ਬੋਟ ਸੀ ਜਿਹੜੀ ਉਹੀ ਇੱਕ ਦੂਜੇ ਨਾਲ ਐਕਸਚੇਂਜ ਕਰਦੇ ਸੀਗੇ। ਕਈ ਸੀਗੇ ਜੋ ਵੈਜੀਟੇਬਲਸ ਐਕਸਚੇਂਜ ਕਰਦੇ ਸੀ। ਆਲ ਸ਼ਿਕਾਰਾਜ਼ ਰਾਈਡਸ ਹੈਵ ਦੇਅਰ ਆਈਜ਼ ਔਨ ਅਦਰਸ ਵੈਜੀਟੇਬਲਸ। ਜਿਹੜੇ ਸਾਰੇ ਸ਼ਿਕਾਰਾ ਰਾਈਡਰਸ ਹੁੰਦੇ ਸੀ, ਠੀਕ ਹੈ, ਬੋਟ ਦੇ ਰਾਈਡਰ, ਬੋਟ ਚਲਾਉਣ ਵਾਲੇ ਹੁੰਦੇ ਸੀ, ਉਹਨਾਂ ਦੀਆਂ ਆਈਜ਼ ਸੀ ਇੱਕ ਦੂਜੇ ਦੀ ਵੈਜੀਟੇਬਲਸ 'ਤੇ ਹੀ ਹੁੰਦੀਆਂ ਸੀ। ਐਨ ਆਈ ਸਿਗਨਲ ਇਜ਼ ਇਨਫ ਫॉर them ਟੂ ਗੈਟ ਟੂ ਐਨ ਅਰੇਂਜਮੈਂਟ ਔਨ ਦਾ ਐਕਸਚੇਂਜ। ਉਹਨਾਂ ਦੇ ਲਈ ਇੱਕ ਦੂਜੇ ਨੂੰ ਆਈ ਸਿਗਨਲ ਹੀ ਬਹੁਤ ਹੁੰਦਾ ਸੀਗਾ ਕੋਈ ਵੀ ਐਗਰੀਮੈਂਟ ਕਰਨ ਦੇ ਲਈ, ਕੋਈ ਵੀ ਵੈਜੀਟੇਬਲਸ ਐਕਸਚੇਂਜ ਕਰਨ ਦੇ ਲਈ ਉਹਨਾਂ ਦੇ ਆਪਣੇ ਸਿਗਨਲਸ ਹੁੰਦੇ ਸੀ, ਆਈ ਸਿਗਨਲ ਹੀ ਹੁੰਦੇ ਸੀ। ਵਿਦਿਨ ਐਨ ਆਰ ਦੇ ਆਲ ਗੋ ਬੈਕ ਹੋਮ, ਠੀਕ ਹੈ, ਹਾਫ ਐਨ ਆਰ ਦੇ ਵਿੱਚ ਸਾਰੇ ਸੀ ਜਿਹੜੇ ਆਪਣੇ ਘਰ ਚਲੇ ਗਏ ਵਿਦ ਅ ਮਿਕਸਡ ਬੈਗ ਆਫ ਵੈਜੀਟੇਬਲਸ। ਸਭ ਦੇ ਕੋਲ ਮਿਕਸ ਵੈਜੀਟੇਬਲ ਸੀਗੀਆਂ, ਯਾਨੀ ਉਹਨਾਂ ਨੇ ਇੱਕ ਦੂਜੇ ਨਾਲ ਐਕਸਚੇਂਜ ਕੀਤੀਆਂ ਹੋਈਆਂ ਸੀ। ਬਿਫੋਰ ਦ ਸਨ ਇਜ਼ ਆਊਟ, ਸਨ ਦੇ ਨਿਕਲਣ ਤੋਂ ਸਨ ਇਜ਼ ਆਊਟ, ਸਨ ਦੇ ਚਾਂਦ ਤੋਂ ਪਹਿਲੇ। ਦੇਅਰ ਆਈ ਮੈਟ ਮਿਸਟਰ ਵੰਡਰਫੁਲ ਫਲਾਵਰ ਮੈਨ। ਫਿਰ ਮੈਂ ਉੱਥੇ ਕਿਹਨੂੰ ਮਿਲਿਆ, ਇੱਕ ਫਲਾਵਰ ਮੈਨ ਨੂੰ ਮਿਲਿਆ। ਹੂ ਵਾਜ਼ ਸਵੀਟ ਇਨਫ ਟੂ ਰਾਈਟ ਟੂਵਰਡਸ ਮੀ, ਠੀਕ ਹੈ, ਬਹੁਤ ਹੀ ਸਵੀਟਲੀ ਕਹਿੰਦਾ ਉਹ ਮੇਰੇ ਕੋਲ ਆਇਆ। ਐਂਡ ਗਿਫਟ ਮੀ ਅ ਫਲਾਵਰ ਫਰੋਮ ਹਿਜ਼ ਬੰਚ, ਅਤੇ ਉਹਨੇ ਆਪਣੇ ਜੋ ਉਹਦੇ ਕੋਲ ਬੰਚ ਸੀਗੇ, ਬਹੁਤ ਸਾਰੇ ਫਲਾਵਰ ਸੀ, ਉਹਨਾਂ ਦੇ ਵਿੱਚੋਂ ਇੱਕ ਫਲਾਵਰ ਉਹਨੂੰ ਗਿਫਟ ਕੱਢ ਕੇ ਐਜ਼ ਅ ਗਿਫਟ ਦਿੱਤਾ। ਆਈ ਵਾਜ਼ ਦ ਓਨਲੀ ਆਊਟਸਾਈਡਰ ਦੇਅਰ, ਮੈਂ ਇਕੱਲਾ ਹੀ ਕਹਿੰਦੇ ਉੱਥੇ ਡਲ ਲੇਕ ਦੇ ਉੱਤੇ ਆਊਟਸਾਈਡਰ ਸੀ। ਹੂ ਵਾਜ਼ ਨਾਟ ਪਾਰਟੀਸੀਪੇਟਿੰਗ ਇਨ ਦਾ ਬਾਰਟਰ, ਜਿਹੜਾ ਕਿ ਬਾਰਟਰ ਸਿਸਟਮ, ਬਾਰਟਰ ਸੀ ਜੋ ਕਿਸੇ ਚੀਜ਼ ਦਾ ਐਕਸਚੇਂਜ ਨਹੀਂ ਕਰ ਰਿਹਾ ਸੀ, ਉਸ ਚੀਜ਼ ਦੇ ਵਿੱਚ ਪਾਰਟੀਸੀਪੇਟ ਨਹੀਂ ਕਰ ਰਿਹਾ ਸੀ, ਮੈਂ ਇਕੱਲਾ ਸੀ ਉੱਥੇ। ਹੀ ਪਰਹੈਪਸ ਡਿਡ ਨਾਟ ਵਾਂਟ ਮੀ ਟੂ ਫੀਲ ਲੈਫਟ ਆਊਟ, ਪਰ ਉਹ ਸ਼ਾਇਦ ਕਹਿੰਦੇ ਮੈਨੂੰ ਉੱਥੋਂ ਜਾਣ ਦੇ ਲਈ ਫੀਲ ਨਹੀਂ ਸੀ ਕਰਵਾ ਰਹੇ। ਦ ਫਲੋਟਿੰਗ ਮਾਰਕੀਟ ਵਾਊਂਡ ਅਪ ਬਿਫੋਰ ਸਨਰਾਈਜ਼, ਠੀਕ ਹੈ, ਸੂਰਜ ਦੇ ਨਿਕਲਣ ਤੋਂ ਪਹਿਲਾਂ ਹੀ ਫਲੋਟਿੰਗ ਮਾਰਕੀਟ ਸੀ ਜਿਹੜੀ ਵਾਊਂਡ ਅਪ ਕਰ ਦਿੱਤੀ ਜਾਂਦੀ ਸੀ। ਐਂਡ ਆਈ ਆਸਕਡ ਮਾਈ ਸ਼ਿਕਾਰਾ ਰਾਈਡਰਸ ਟੂ ਟੇਕ ਮੀ ਟੂ ਦਾ ਨਿਸ਼ਾਂਤ ਬਾਗ, ਅਤੇ ਫਿਰ ਮੈਂ ਆਪਣੇ ਸ਼ਿਕਾਰਾ ਰਾਈਡਰ ਨੂੰ ਨਿਸ਼ਾਂਤ ਬਾਗ ਲੈ ਕੇ ਜਾਣ ਦੇ ਲਈ ਪੁੱਛਿਆ। ਵਿਚ ਇਜ਼ ਦਾ ਫੇਮਸ ਮੁਗਲ ਗਾਰਡਨ, ਜਿਹੜਾ ਕੀ ਹੈ ਇੱਕ ਫੇਮਸ ਮੁਗਲ ਗਾਰਡਨ ਹੈ, ਬਾਗ ਹੈ। ਟਰੈਵਲਿੰਗ ਬਾय ਸ਼ਿਕਾਰਾ ਵਾਜ਼ ਵੇ more expensive and time consuming than visiting the gardens by road। ਸ਼ਿਕਾਰਾ ਦੇ ਥਰੂ ਟਰੈਵਲ ਕਰਨਾ, ਬੋਟ ਦੇ ਥਰੂ ਟਰੈਵਲ ਕਰਨਾ ਕਾफ़ੀ ਜ਼ਿਆਦਾ ਐਕਸਪੈਂਸਿਵ ਸੀ, ਮਹਿੰਗਾ ਸੀ, ਟਾਈਮ ਕੰਜ਼ਿਊਮਿੰਗ ਵੀ ਸੀ, ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਸੀ। ਦੈਨ ਵਿਜ਼ਿਟਿੰਗ ਦਾ ਗਾਰਡਨ ਬਾਈ ਰੋਡ, ਰੋਡ ਦੇ ਥਰੂ ਗਾਰਡਨ ਕਰਨ ਦੇ ਨਾਲੋਂ, ਯਾਨੀ ਕਿ ਸ਼ਿਕਾਰਾ ਦੇ ਵਿੱਚ ਨਾਲੇ ਉਹ ਮਹਿੰਗੀ ਪੈਂਦੀ ਸੀ ਬੋਟ ਔਰ ਨਾਲੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ, ਪਰ ਰੋਡ ਦੇ ਥਰੂ ਹੈ ਜਿਹੜਾ ਉਹ ਆਪਾਂ ਈਜ਼ੀਲੀ ਪਹੁੰਚ ਸਕਦੇ ਸੀ। ਬਟ ਆਈ ਵਾਜ਼ ਹੈਪੀ ਐਜ਼ ਦਿਸ ਟਰਨਡ ਆਊਟ ਟੂ ਬੀ ਅ ਵਾਈਜ਼ ਡਿਸੀਜ਼ਨ, ਕਹਿੰਦਾ ਪਰ ਮੈਂ ਬਹੁਤ ਹੀ ਜ਼ਿਆਦਾ ਹੈਪੀ ਸੀਗਾ ਇਸ ਡਿਸੀਜ਼ਨ ਤੋਂ ਜੋ ਮੈਂ ਡਿਸੀਜ਼ਨ ਲਿਆ। ਐਜ਼ ਵੀ ਰੋਡ ਅਹੈਡ, ਜੋ ਹੀ ਅਸੀਂ ਕਹਿੰਦਾ ਅੱਗੇ ਗਏ, ਰਾਈਟਰ ਕਹਿ ਰਹੀ ਹੈ ਕਿ ਜੋ ਹੀ ਅਸੀਂ ਅੱਗੇ ਗਏ, ਆਈ ਲਰਨਡ ਅ ਲੋਟ ਫਰੋਮ ਦਾ ਸ਼ਿਕਾਰਾ ਰਾਈਡਰਸ ਅਬਾਊਟ ਦਾ ਲਾਈਫ ਆਫ ਪੀਪਲ ਇਨ ਕਸ਼ਮੀਰ। ਕਹਿੰਦੇ ਮੈਂ ਬਹੁਤ ਕੁਝ ਸਿੱਖਿਆ ਸ਼ਿਕਾਰਾ ਰਾਈਡਰਸ ਤੋਂ, ਸ਼ਿਕਾਰਾ ਰਾਈਡਰ ਤੋਂ ਉੱਥੋਂ ਦੇ ਲੋਕਾਂ ਦੀ ਲਾਈਫ ਦੇ ਬਾਰੇ, ਕਿ ਕਸ਼ਮੀਰ ਦੇ ਲੋਕੀ ਨੇ ਜਿਹੜੇ ਉਹ ਕਿਸ ਤਰ੍ਹਾਂ ਰਹਿੰਦੇ ਨੇ। ਸ਼੍ਰੀਨਗਰ ਇਜ਼ ਡਿਵਾਈਡਡ ਇਨਟੂ 2 ਪਾਰਟ, ਸ਼੍ਰੀਨਗਰ ਹੈ ਜੋ 2 ਪਾਰਟਸ ਦੇ ਵਿੱਚ ਡਿਵਾਈਡਡ ਹੈ। ਪੀਪਲ ਲਿਵਿੰਗ ਔਨ ਦਾ ਡਲ ਲੇਕ, ਲੋਕ ਨੇ ਜਿਹੜੇ ਕੁਝ ਡਲ ਲੇਕ 'ਤੇ ਰਹਿੰਦੇ ਨੇ। ਐਂਡ ਪੀਪਲ ਲਿਵਿੰਗ ਔਨ ਲੈਂਡ ਕਨੈਕਟਡ ਵਿਦ ਰੋਡਸ, ਕਈ ਲੋਕੀ ਨੇ ਜਿਹੜੇ ਜੋ ਰੋਡਸ ਦੇ ਨਾਲ ਲੈਂਡ ਕਨੈਕਟ ਹੈ ਉੱਥੇ ਰਹਿੰਦੇ ਆ। ਟੂ ਐਕਸਟ੍ਰੀਮ ਲਾਈਫ ਸਟਾਈਲਸ ਐਗਜ਼ਿਸਟ ਇਨ ਦਾ ਕੈਪੀਟਲ ਸਿਟੀ ਆਫ ਕਸ਼ਮੀਰ, ਇਸ ਤਰ੍ਹਾਂ ਕਸ਼ਮੀਰ ਦੇ ਵਿੱਚ 2 ਤਰ੍ਹਾਂ ਦੇ ਲਾਈਫ ਸਟਾਈਲ ਨੇ, ਇੱਕ ਤਾਂ ਲੋਕੀ ਨੇ ਜਿਹੜੇ ਧਰਤੀ 'ਤੇ ਰਹਿ ਰਹੇ ਨੇ ਔਰ ਦੂਸਰੇ ਜਿਹੜੇ ਡਲ ਲੇਕ 'ਤੇ ਰਹਿ ਰਹੇ ਨੇ। ਫਿਸ਼ਿੰਗ ਇਜ਼ ਐਨ ਇੰਪੋਰਟੈਂਟ ਸੋਰਸ ਆਫ ਲਾਈਵਲੀਹੁੱਡ, ਫਿਸ਼ਿੰਗ ਹੈ ਜੋ ਉਹਨਾਂ ਲੋਕਾਂ ਦੇ ਜੋ ਡਲ ਲੇਕ 'ਤੇ ਲੋਕੀ ਰਹਿ ਰਹੇ ਨੇ ਉਹਨਾਂ ਦਾ ਮੁੱਖ ਕਿੱਤਾ ਕੀ ਹੈ, ਮੇਨ ਸੋਰਸ ਕੀ ਹੈ ਉਹਨਾਂ ਦਾ, ਫਿਸ਼ਿੰਗ ਹੈ, ਯਾਨੀ ਮੱਛੀ ਪਕੜਨਾ। The women here are seen extracting weeds from the lake, ਜਿਹੜੀਆਂ ਵੂਮੈਨਸ ਨੇ ਉਹ ਕੀ ਕਰਦੀਆਂ ਨੇ,
ਲੇਕ ਤੋਂ ਐਕਸਟ੍ਰੈਕਟ ਕਰਦੀਆਂ ਨੇ ਵੀਡਸ ਨੂੰ ਐਂਡ ਕੈਰਿੰਗ ਦੈਮ ਔਨ ਦੇਅਰ ਸ਼ਿਕਾਰਾਸ, ਅਤੇ ਉਹਨਾਂ ਨੂੰ ਕਿੱਥੇ ਲੈ ਕੇ ਜਾਂਦੀਆਂ ਨੇ, ਸ਼ਿਕਾਰਾਸ ਦੇ ਵਿੱਚ ਲੈ ਕੇ ਜਾਂਦੀਆਂ ਨੇ। These weeds are used to make compost for their home gardens। ਇਹ weed ਹੈ ਜੋ, ਠੀਕ ਹੈ, ਉਹਨੂੰ ਕਾਹਦੇ ਲਈ ਯੂਜ਼ ਕਰਦੀਆਂ ਨੇ, ਜੋ ਉਹਨਾਂ ਨੇ ਘਰੇ ਗਾਰਡਨ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਖਾਦ ਪਾਉਣ ਦੇ ਲਈ ਯੂਜ਼ ਕਰਦੇ ਨੇ। People living on Dal Lake, ਜੋ ਡਲ ਲੇਕ 'ਤੇ ਲੋਕੀ ਰਹਿੰਦੇ ਆ, ਯੂਜ਼ ਸ਼ਿਕਾਰਾਸ ਫॉर ਟਰੈਵਲਿੰਗ, ਉਹ ਟਰੈਵਲਿੰਗ ਦੇ ਲਈ ਕੀ ਯੂਜ਼ ਕਰਦੇ ਨੇ, ਬੋਟਸ ਯੂਜ਼ ਕਰਦੇ ਨੇ। ਐਵਰੀਵਨ ਓਨ ਸ਼ਿਕਾਰਾਸ ਦੇਅਰ, ਉੱਥੇ ਹਰੇਕ ਦੀ ਆਪਣੀ ਬੋਟ ਹੈ। the way we own bikes and cars in the cities, ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਸਾਡੀਆਂ ਆਪਣੀਆਂ ਬਾਈਕਸ ਨੇ, ਕਾਰਸ ਨੇ। the kids living on Dal Lake ride their own shikaras to school, ਬੱਚੇ ਨੇ ਜਿਹੜੇ ਡਲ ਲੇਕ 'ਤੇ ਰਹਿ ਰਹੇ ਨੇ ਉਹ ਵੀ ਕੀ ਕਰਦੇ ਨੇ, ਉਹਨਾਂ ਦੀ ਵੀ ਆਪਣੀ ਸ਼ਿਕਾਰਾ ਹੈ ਸਕੂਲ ਜਾਣ ਦੇ ਲਈ। they use shikaras to visit each other's home, ਉਹ ਬੋਟਸ ਦਾ ਯੂਜ਼ ਕਰਦੇ ਨੇ ਇੱਕ ਦੂਜੇ ਦੇ ਘਰ ਜਾਣ ਦੇ ਲਈ। ਐਂਡ ਹੈਵ ਅ ਗੈਟ ਟੂਗੈਦਰ ਔਨ ਦਾ ਲੇਕ, ਅਤੇ ਲੇਕ ਦੇ ਉੱਤੇ ਜਦੋਂ ਉਹਨਾਂ ਨੇ ਇਕੱਠੇ ਹੋਣਾ ਹੁੰਦਾ ਤਾਂ ਕਾਹਦਾ ਯੂਜ਼ ਕਰਦੇ ਨੇ, ਉਹ ਬੋਟ ਦਾ ਯੂਜ਼ ਕਰਦੇ ਨੇ। The vegetable, plastic ware and confectionery vendors provide doorstep services on floating stores on Dal Lake। vegetables, plastic ware, confectionery vendors, ਜੋ ਇਹ ਵੇਚਣ ਵਾਲੇ ਲੋਕੀ ਨੇ, ਉਹ ਘਰ, ਡੋਰ ਸਟੈਪ ਮੀਨਸ ਘਰ ਤੋਂ ਘਰ ਜਾ ਕੇ, ਹਰੇਕ ਘਰ ਜਾਨੀ ਜਾ ਕੇ ਸਰਵਿਸਿਜ਼ ਨੇ ਆਪਣੀਆਂ ਜਿਹੜੀਆਂ ਦਿੰਦੇ ਆ। ਦੇਰ ਇਜ਼ ਅ ਮੈਰਿਜ ਹਾਲ ਇਨ ਦ ਫॉर्म ਆਫ ਦ ਹਾਊਸ ਬੋਟ, ਠੀਕ ਹੈ, in the middle of the Dal Lake with the mountains in the backdrop। ਮਾਊਂਟੇਨਸ ਦੇ ਬੈਕਡ੍ਰੌਪ 'ਤੇ ਕੀ ਹੈ, ਇੱਕ ਮੈਰਿਜ ਹਾਲ ਬਣਿਆ ਹੋਇਆ, ਕਿਹੜੀ ਫੋਰਮ ਦੇ ਵਿੱਚ, ਹਾਊਸ ਬੋਟ ਦੀ ਫੋਰਮ ਦੇ ਵਿੱਚ, ਡਲ ਲੇਕ ਦੇ ਬਿਲਕੁਲ ਮਿਡਲ ਦੇ ਵਿੱਚ। I believe all the Kashmiris living on Dal Lake celebrate a destination wedding by default। ਕਹਿੰਦੇ ਮੈਨੂੰ ਵਿਸ਼ਵਾਸ ਹੈ ਕਿ ਕਸ਼ਮੀਰੀ ਲੋਕ ਨੇ ਜਿਹੜੇ ਉਹ ਡਲ ਲੇਕ ਦੇ ਉੱਤੇ ਉਸੇ ਥਾਂ ਦੇ ਉੱਤੇ ਵੈਡਿੰਗ ਡੈਸਟੀਨੇਸ਼ਨ ਹੈ ਜੋ ਸੈਲੀਬ੍ਰੇਟ ਕਰਦੇ ਨੇ। There is a small island on the lake called ਚਾਰ ਚਿਨਾਰ, ਕਹਿੰਦੇ ਇੱਕ ਛੋਟਾ ਜਿਹਾ ਆਈਲੈਂਡ ਹੈ, ਟਾਪੂ ਹੈ ਉਸ ਲੇਕ ਦੇ ਉੱਤੇ, ਚਾਰ ਚਿਨਾਰ, which has 4 ਚਿਨਾਰ trees, ਜਿਹਦੇ ਤੇ ਕੀ ਨੇ, 4 ਚਿਨਾਰ trees ਨੇ। We parked out ਸ਼ਿਕਾਰਾ on the side, ਅਸੀਂ ਉੱਥੇ ਕਹਿੰਦਾ ਆਪਣੀ ਬੋਟ ਨੂੰ, ਕਹਿੰਦੇ ਰਾਈਟਰ ਕਹਿ ਰਹੀ ਹੈ ਕਿ ਅਸੀਂ ਆਪਣੀ ਬੋਟ ਨੂੰ ਪਾਰਕ ਕੀਤਾ। and hopped on to this island to enjoy the tranquility of the lake। tranquility means peacefulness ਸੀ ਜੋ ਉਸ ਆਈਲੈਂਡ ਦੇ ਉੱਤੇ, ਹੋਪ ਮੀਨਸ ਕੁੱਦਣਾ, ਠੀਕ ਹੈ, ਉਸ ਲੇਕ ਦੇ ਉੱਤੇ ਕਹਿੰਦੇ ਅਸੀਂ ਇੱਕਦਮ ਉੱਥੇ ਜੰਪ ਕਰਦੇ ਹੋਏ ਗਏ। ਹੋਪ ਮੀਨਸ ਆਪਣੀ ਬੋਟ ਦੇ ਵਿੱਚੋਂ ਜੰਪ ਕਰਕੇ ਬਾਹਰ ਆ ਕੇ ਅਸੀਂ ਉਸ ਲੇਕ 'ਤੇ ਇੰਜੋਏ ਕਰਨ ਦੇ ਲਈ ਗਏ। ਦੇਅਰ ਆਰ ਪੀਸਿਸ ਆਫ ਲੈਂਡ ਫਲੋਟਿੰਗ ਔਨ ਦਾ ਡਲ ਲੇਕ, ਕਾਫੀ ਸਾਰੀਆਂ ਪਲੇਸਿਸ ਸੀ ਡਲ ਲੇਕ ਦੇ ਉੱਤੇ ਫਲੋਟ ਕਰਨ ਦੇ ਲਈ, ਤੈਰਨ ਦੇ ਲਈ। ਦੇਅਰ ਆਰ ਕਾਲਡ ਚੋਰੀ ਕੀ ਖੇਤੀ, these are called ਚੋਰੀ ਕੀ ਖੇਤੀ, stolen farmland by the people here, ਉੱਥੋਂ ਦੇ ਲੋਕੀ ਉਸ ਥਾਂ ਨੂੰ ਕੀ ਕਹਿੰਦੇ ਸੀ, ਚੋਰੀ ਕੀ ਖੇਤੀ। These pieces of land are owned by whoever finds them floating and takes them along। ਇਹ ਪੀਸ ਸੀ ਜੋ ਲੈਂਡ ਦਾ, are owned by, ਉਹਨਾਂ ਦੇ ਮਾਲਕ ਕੌਣ ਸੀ, ਜਿਹੜੇ ਕਿ ਉੱਥੇ ਫਲੋਟਿੰਗ ਦੇ ਲਈ find them floating, ਜਿਨ੍ਹਾਂ ਨੇ ਉੱਥੇ ਫਲੋਟਿੰਗ ਦੇ ਲਈ ਥਾਂ ਲੱਭੀ, and takes them along, ਤੇ ਉੱਥੇ ਉਹਨੂੰ ਸੰਭਾਲ ਕੇ ਰੱਖਿਆ। The shikara rider asked me to step on that floating piece of land। ਸ਼ਿਕਾਰਾ ਰਾਈਡਰ ਸੀ, ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਫਲੋਟਿੰਗ ਲੈਂਡ ਦੇ ਉੱਤੇ। that was just 5 square feet in size, ਜਿਹੜੀ ਕੀ ਹੈ 5 square feet ਸਾਈਜ਼ ਦੇ ਵਿੱਚ ਹੈ। he assured me that I won't sink in, ਫਿਰ ਉਹਨੇ ਕੀ ਕਿਹਾ, ਉਹਨੇ ਮੈਨੂੰ ਕੀ ਅਸ਼ੋਰ ਕੀਤਾ ਕਿ I won't sink in, ਕਹਿੰਦਾ ਅਸੀਂ ਇਹਦੇ ਵਿੱਚ ਡੁੱਬ ਨਹੀਂ ਸਕਦੇ, ਠੀਕ ਹੈ, ਰਾਈਡਰ ਨੇ ਕਿਹਾ, ਸ਼ਿਕਾਰਾ ਰਾਈਡਰ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਡੁੱਬ ਨਹੀਂ ਸਕਦੇ। We finally reached ਨਿਸ਼ਾਂਤ ਬਾਗ, ਫਿਰ ਕਹਿੰਦੇ ਅਸੀਂ ਕਿੱਥੇ ਪਹੁੰਚ ਗਏ, ਨਿਸ਼ਾਂਤ ਬਾਗ ਪਹੁੰਚ ਗਏ। The garden opens at 8 AM, ਗਾਰਡਨ ਸੀ ਜੋ 8 AM ਓਪਨ ਹੋਇਆ। We were there before time, ਅਸੀਂ ਉੱਥੇ ਟਾਈਮ ਤੋਂ ਪਹਿਲਾਂ ਹੀ ਪਹੁੰਚ ਗਏ। We parked our shikara on one of the sides at the bank of the lake, ਅਸੀਂ ਆਪਣੀ ਬੋਟ ਨੂੰ ਪਾਰਕ ਕੀਤਾ ਬੈਂਕ ਕਿਨਾਰੇ ਦੇ ਉੱਤੇ, ਲੇਕ ਦੇ ਕਿਨਾਰੇ 'ਤੇ। ਐਂਡ ਵਾਕਡ ਅਪ ਟੂ ਦਾ ਗਾਰਡਨ ਅਕਰੋਸ ਦਾ ਰੋਡ ਨੂੰ ਕ੍ਰੋਸ ਕਰਦੇ ਹੋਏ ਅਸੀਂ ਗਾਰਡਨ ਦੇ ਵਿੱਚ ਚਲੇ ਗਏ। I had omelette from the roadside stall,
कहना मैं ऑमलेट लै लिया रोड साइड ते जो स्टॉल सी उहदे तो एंड वेटेड फॉर द ओपन्स टू गेट ते वेट करन लगे सी उत्थे गेट ओपन होने दे लई। इट वॉज नॉट द बेस्ट टाइम फॉर द ब्लॉसम्स इन द गार्डन। उस टाइम वो अजिहा टाइम सी कहंदे गार्डन दे विच फ्लावर्स सी जो भी नहीं ब्लॉसम नहीं कर रहे सी यानी खिले हुए नहीं सी। बट आई हैड फन पोजिंग लाइक द ओल्ड एक्ट्रेसिस फॉर पिक्चर। पर कहंदा अजिहा टाइम सी मेरे लिए मैं उत्थे मतलब कंफर्टेबल फील कर रहा सी पिक्चर सी देख रहा सीगा कि किस तरह के उत्थे लोकी सी एज पर द इंस्ट्रक्शंस फ्रॉम माई गाइड द शिकारा राइडर। जिस तरह के मैनू मेरे गाइड सी जो शिकारा राइडर सीगे उन्होंने मैनू दस्या होया सी। आई समटाइम्स गेट आउट ऑफ माई कंफर्ट जोन। कहंदा कुछ टाइम मैं अपने कंफर्ट जोन चों बाहर आया टू डू थिंग्स लाइक दिस इस तरह दियां चीज़ां करन दे लई जस्ट टू बिल्ड अ बॉन्ड विद द लोकल्स। आम लोकां दे नाल कहंदा मैं अपना बॉन्ड बनाया। वी स्टार्टेड राइडिंग बैक आफ्टर द विजिट टू मुगल गार्डन। कहंदा असीं वापस आउण दे लई रेडी हो गए फिर मुगल गार्डन विजिट करन तो बाद। बाय नाउ द शिकारा राइडर्स वॉज अ फ्रेंड टू मी। हुण शिकारा राइडर सी जो कहंदा बोट वाला राइडर सी जो मेरा फ्रेंड बन गया। वी स्टार्टेड राइडिंग बैक आफ्टर द विजिट टू मुगल गार्डन। असीं कहंदा मुगल गार्डन विजिट करन तो बाद वापस आना स्टार्ट किया। बाय नाउ द शिकारा राइडर वॉज अ फ्रेंड टू मी। कहंदा उत्थे शिकारा राइडर सी जिहड़ा हुण मेरा अच्छी तरह फ्रेंड बन चुकिया सी। आई लर्नड अ लॉट अबाउट कश्मीर। मैं कश्मीर बारे बहुत कुछ सीखिया। एंड द डल लेक फ्रॉम हिम। यानी शिकारा राइडर तो मैं कश्मीर और डल लेक बारे बहुत कुछ सीखिया। ही टोल्ड मी क्वाइट अ फ्यू इंटरस्टिंग एंड डिसहार्टनिंग स्टोरीज अबाउट कश्मीर। कहंदा राइटर कह रही है कि जो शिकारा राइडर सी उन्हें मैनू बहुत इंटरस्टिंग फैक्ट भी दसे बहुत कुछ बुरे फैक्ट भी दसे कश्मीर के बारे। ही वॉज नाउ आशिक भाई फॉर मी। जो शिकारा राइडर सी उहदे लई हुण आशिक भाई बन चुकिया सी उहदे लई मतलब उन्होंने एक नाम दिता गया आशिक भाई नाम दिता गया। आई टोल्ड हिम आई वॉन्टेड टू ट्राई एंड द लोकल सॉल्टी टी कॉल्ड नन चाय। कहते मैं उन्होंने कहा कि वह हुण लोकल सॉल्टी टी है जो पीना चाहती है जिन्हों कश्मीर दे विच की कहंदे सी नन चाय। ही टुक मी टू वन ऑफ हिज फ्रेंड्स हाउस ऑन द डल लेक। जो आशिक भाई सी वो राइटर नूं कित्थे लै गया अपने फ्रेंड दे घर लै गया। उहदा घर कित्थे सी डल लेक दे उत्ते। द हाउस वाज वन फ्रॉम अ फेरी टेल। वो फेरी टेल की तरह उन्हों का घर सीगा जिस तरह परियां दी कहानियां दे विच घर हुंदा उस तरह उन्हों का घर सी। द पीपल इज दिस पार्ट वॉज रियली शाय। और उत्थों रहन वाले लोग जो लोग उत्थे रह रहे सी वो बहुत ज़्यादा शाय टाइप दे सीगे यानी कि बहुत ज़्यादा शर्म महसूस करन वाले सी। दे सर्वड मी एक्सीलेंट नन चाय विद सम लोकल ब्रैड। उन्होंने मैनू ब्रैड दे नाल बहुत अच्छी चाय सी जो उन्हों की नन चाय बोलते सी उन्होंने वो सर्व की। आई ऑल्सो टुक अ वॉक इन द वैजीटेबल गार्डन सराउंडिंग द हाउस। उस घर के आले दुआले जो वैजीटेबल गार्डन सीगा उसने मैनू उत्थे वॉक करवाई। एंड प्लगड सम क्यूकंबर्स फॉर माई सेल्फ। तो मेरे लिए कुछ क्यूकंबर खीरे सी जो वो तोड़े। द वेजिटेबल्स टेस्टेड फ्रैश एंड स्वीट बीइंग ग्रोन ऑन अ फ्रैश वाटर लेक। जो वेजिटेबल सीगियां फ्रैश सीगियां बहुत स्वीट सीगियां उस लेक दे फ्रैश वाटर करके। एज द सनलाइट गॉट स्ट्रोंगर द वाटर लिलीज ऑन द डल लेक वर इन फुल ब्लूम। ज्यों ज्यों सनलाइट रेज होंदी गई ठीक है यानी धुप सी जो तेज होंदी गई जो वाटर लिली सी जो फ्लावर सीगे पानी दे विच डल लेक दे उत्ते वो खिलते गए। द लेक लुकड मार्वलस विद द फ्लोटिंग गार्डनस ऑफ वाटर लिलीज। लेक सी जो बहुत ज़्यादा ब्यूटीफुल लग रही सी उन्हां वाटर लिलीज दे करके। आशिक भाई पुल्ड आउट अ वाटर लिली। आशिक भाई सी जो उहदे लई राइटर दे लई वाटर लिली तोड़ के लैके आए एंड मेड अ नैकलेस फॉर मी ते उहदे लई नैकलेस बनाया। आई वॉज टचड बाय हिज जेस्चर यानी उन्होंने अपने हाथ नाल टच किया उस नैकलेस नूं। आशिक भाई ड्रॉप्ड मी बैक टू माई हाउस बोट। ठीक है आशिक भाई सी जो राइडर सी जो उन्होंने हाउस बोट तक वापस छड्ड के आए जस्ट इन टाइम फॉर मी टू प्रिपेयर माई सैल्फ फॉर द फ्लाइट बैक होम। उन्हें टाइम दे विच ही उन्होंने वापस उत्ते छड्ड गया जिन्हें टाइम
ਉਹਨਾਂ ਨੇ ਆਪਣੀ ਫਲਾਈਟ मतलब वापस अपनी प्लेस ਤੇ ਜਾਣਾ। फ्रेंडशिप विद आशिक भाई डिड नॉट एंड देयर। मेरी फ्रेंडशिप सी जो आशिक भाई दे नाल उत्थे ही ख़त्म नहीं हुई। ही कॉल्ड मी द नैक्सट डे। उन्हें नैक्सट डे मैनू कॉल की टू चैक इफ़ आई हैड रीच होम सेफली। ये देखने के लिए कि मैं अपने घर सेफ्टी दे नाल पहुँच गई हाँ। ही ऑल्सो कोरियर्ड अ पेयर ऑफ कश्मीरी डैंगलिंग ईयरिंग्स कॉल्ड अथूर इन लोकल लैंग्वेज टू मी। और उन्हें मैनू कोरियर किते कश्मीरी डैंगलिंग ईयरिंग्स कोरियर किते जिन्हों के कश्मीरी लैंग्वेज दे विच अथूर बोलते सी। थैंक यू।